ਬਾਬੇ ਦੇ ਪ੍ਰੇਮੀਆਂ ਨੂੰ ਭਗਤਾਂ ਨੂੰ ਇਹ ਦੱਸ ਦਈਏ ਜੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ। ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਹੈ, ਹੱਟੇ ਕੱਟੇ ਨੇ। ਯਾਦ ਕਰੋ ਉਹ ਦਿਨ ਜਦੋਂ ਪਹਿਲੀ ਵਾਰੀ ਸਜ਼ਾ ਹੋਈ ਸੀ ਤੇ ਜੱਜ ਨੇ ਸਜ਼ਾ ਸੁਣਾਈ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਅਟੈਚੀ ਕੇਸ ਲੈ ਕੇ ਉਹ ਤੇ ਪੁਲਿਸ ਮੁਲਾਜ਼ਮਾਂ ਨੇ ਚੁੱਕੇ ਹੋਏ ਸੀ। ਇਸ ਤਰ੍ਹਾਂ ਬੈਠ ਗਿਆ ਜਿਵੇਂ ਛੁੱਟੀਆਂ ਤੇ ਜਾ ਰਿਹਾ ਹੋਵੇ ਕਿਸੇ ਹੌਲੀਡੇ ਵਾਸਤੇ। ਵੱਡੀਆਂ ਵੱਡੀਆਂ ਕਰੋੜ 2-2 ਕਰੋੜ ਦੀਆਂ ਗੱਡੀਆਂ ਦੇ ਵਿੱਚ ਬਾਬਾ ਜਾਂਦਾ ਸੀ ਤੇ ਇੱਕੋ ਕਿਸਮ ਦੀਆਂ ਇੱਕੋ ਨੰਬਰ ਵਾਲੀਆਂ ਕਈ ਗੱਡੀਆਂ ਹੁੰਦੀਆਂ ਸੀ, ਜਦੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਦੇ ਵਿੱਚ ਬਾਬਾ ਬੈਠਾ ਹੋਇਆ। ਬੇਅਦਬੀ ਕਾਂਡ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਜੋ ਵੀ ਜਿੱਥੇ ਵੀ ਹੋਇਆ, ਉਹ ਸਾਰਿਆਂ ਨੂੰ ਪਤਾ ਹੈ ਕਿ 2015 ਦਾ ਜਿਹੜਾ ਕੇਸ ਰਜਿਸਟਰ ਹੈ, ਇਸ ਵਿੱਚ ਡੇਰਾ ਪ੍ਰੇਮੀਆਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਉਂਦੇ ਰਹੇ ਨੇ। ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ 'ਚ ਕੱਲ ਲੰਬੀ ਚੌੜੀ ਪੁੱਛ ਪੜਤਾਲ ਐਸਪੀਐਸ ਪਰਮਾਰ ਦੀ ਅਗਵਾਈ 'ਚ ਜਿਹੜੀ ਸਿੱਟ ਉੱਥੇ ਪਹੁੰਚੀ ਸੀ ਉਹਨਾਂ ਨੇ ਕੀਤੀ ਹੈ, ਤੇ ਉਸ ਪੁੱਛ ਪੜਤਾਲ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਸਬਲੀਨ, ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਪੜਤਾਲ 'ਚ ਕੀ ਨਿਕਲ ਕੇ ਸਾਹਮਣੇ ਆਇਆ ਉਹ ਦੱਸਣ ਤੋਂ ਪਹਿਲਾਂ ਬਾਬੇ ਦੇ ਪ੍ਰੇਮੀਆਂ ਨੂੰ ਭਗਤਾਂ ਨੂੰ ਇਹ ਦੱਸ ਦਈਏ ਜੀ ਕਿ ਫਿਕਰ ਕਰਨ ਦੀ ਕੋਈ ਲੋੜ ਨਹੀਂ। ਵੈਸੇ ਤਾਂ ਉਹਨਾਂ ਨੂੰ ਜਾਣਕਾਰੀ ਹੋਏਗੀ ਕਿ ਬਾਬਾ ਜੀ ਕਿਹੋ ਜਿਹੇ ਹਾਲਾਤ 'ਚ ਨੇ, ਪਰ ਫਿਕਰ ਕਰਨ ਵਾਲੀ ਗੱਲ ਕੋਈ ਨਹੀਂ। ਬਾਬਾ ਜੀ ਦੀ ਸਿਹਤ ਬਿਲਕੁਲ ਠੀਕ ਹੈ, ਹੱਟੇ ਕੱਟੇ ਨੇ, ਤੰਦਰੁਸਤ ਨੇ। ਪਹਿਲਾਂ ਜਿਹੜਾ ਉਹਨਾਂ ਦਾ ਖਬਰਾਂ ਆਈਆਂ ਸੀ ਕਿ ਭਾਰ ਘਟ ਗਿਆ ਥੋੜਾ ਜਿਹਾ ਜੀ ਤੇ ਸ਼ਾਇਦ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਦਾੜੀ ਚਿੱਟੀ ਹੋ ਗਈ ਹੈ, ਖਿਜਾਬ ਉਤਰ ਗਿਆ, ਰੰਗ ਲੱਥ ਗਿਆ। ਪਰ ਦੁਬਾਰਾ ਖੁਸ਼ਖਬਰੀ ਵਾਲੀ ਗੱਲ ਹੈ ਕਿ ਡਾਈ ਉਹਨਾਂ ਨੂੰ ਮਿਲ ਗਈ ਹੈ ਜੇਲ੍ਹ ਵਿੱਚ ਲਾਉਣ ਲਈ, ਤੇ ਦਾੜੀ ਪੂਰੀ ਕਾਲੀ ਹੈ ਤੇ ਸਿਰ ਤੇ ਟੋਪੀ ਪਾ ਕੇ ਉਹਨਾਂ ਨੇ ਜਿਹੜੀ ਸਿੱਟ ਦੇ ਨਾਲ ਗੱਲਬਾਤ ਕੀਤੀ ਹੈ ਖੁੱਲੇ ਮਾਹੌਲ ਦੇ ਵਿੱਚ, ਤੇ ਆਪਣੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਤੁਸੀਂ ਕਹਿੰਦੇ ਬਾਬਾ ਠੀਕ ਠਾਕ ਆ, ਤੇ ਪਰ ਬਾਬਾ ਤੇ ਸਿਹਤ ਦੇ ਹਵਾਲੇ ਦੇ ਕੇ ਕਈ ਵਾਰੀ ਬਾਹਰ ਆਇਆ। ਇਹੋ ਹੀ ਗੱਲ ਹੈ, ਪਰ ਸਿਹਤ ਦੀ ਗੱਲ ਹੈ ਕਿ ਇੱਕ ਜਿਹੜਾ ਬਾਹਰੋਂ ਹੱਟਾ ਕੱਟਾ ਦੇਖਣ ਨੂੰ ਵਿਅਕਤੀ ਅੰਦਰੋਂ ਵੀ ਕੁਝ ਖੋਖਲਾ ਹੋ ਸਕਦਾ ਹੈ। ਪਰ ਜਿਹੜੀਆਂ ਉਹਨੂੰ ਪਿਛਲੇ ਦਿਨਾਂ ਦੇ ਵਿੱਚ ਛੋਟਾਂ ਦਿੱਤੀਆਂ ਗਈਆਂ ਸਿਹਤ ਨੂੰ ਲੈ ਕੇ, ਜਾਂ ਮਾਂ ਨੂੰ ਮਿਲਣ ਕਰਕੇ, ਜਾਂ ਹਨੀਪ੍ਰੀਤ ਨੂੰ ਮਿਲਣ ਕਰਕੇ, ਜਾਂ ਪ੍ਰੇਮੀਆਂ ਨੂੰ ਮਿਲਣ ਕਰਕੇ, ਉਹ ਜਿਹੜੀਆਂ ਗੱਲਾਂ ਸਨ ਕਿਸਾਨ ਅੰਦੋਲਨ ਦੇ ਚੱਲਣ ਤੋਂ ਬਾਅਦ ਹੀ ਜ਼ਿਆਦਾ ਆਈਆਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹਰਿਆਣਾ ਸਰਕਾਰ ਉਸ ਦਾ ਬਚਾਅ ਕਰਦੀ ਆਈ ਹੈ। ਹੁਣ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਸਿੱਟ ਤੇ ਪੰਜਾਬ ਦਾ ਜੋ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਇਹਨਾਂ ਵੱਲੋਂ ਹੁਣ ਕੋਸ਼ਿਸ਼ ਇਹੋ ਹੀ ਸੀ ਕਿ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈ ਪੰਜਾਬ ਲਿਆਂਦਾ ਜਾਵੇ। ਜੀ ਫਰੀਦਕੋਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਉਹ ਇੱਕ ਦਿਨ ਪਹਿਲਾਂ ਹੀ ਜਿਹੜਾ ਸੀ ਉਸ ਤੋਂ ਛੋਟ ਲੈ ਗਿਆ ਕਿ ਮੈਂ ਵਿਅਕਤੀਗਤ ਤੌਰ ਤੇ ਇੱਥੇ ਪੇਸ਼ ਨਹੀਂ ਹੋਣਾ। ਤੇ ਇਸ ਮਾਮਲੇ ਦੇ ਵਿੱਚ ਵੀ ਏਪੀਐਸ ਦਿਓਲ ਦੀ ਜਿਹੜੀ ਕਿਰਕਰੀ ਥੋੜੀ ਜਿਹੀ ਹੋ ਗਈ ਸੀ ਕਿ ਪੰਜਾਬ ਸਰਕਾਰ ਨੂੰ ਜਿੱਤ ਨਹੀਂ ਦਵਾ ਸਕੇ ਤੇ ਆਪਣੀ ਮਰਜ਼ੀ ਨਾਲ ਜਿਵੇਂ ਅਦਾਲਤ ਦੇ ਵਿੱਚ ਜਿਹੜੀ ਗੱਲ ਕਰਨੀ ਸੀ ਜਾਂ ਪੁੱਛਗਿੱਛ ਕਰਨੀ ਸੀ, ਉਸ ਨੂੰ ਬੁਲਾ ਕੇ ਉਹ ਜਿਹੜੀ ਗੱਲ ਹੋ ਨਹੀਂ ਸੀ ਸਕੀ ਤੇ ਸਿੱਟ ਨੂੰ ਹੀ ਜਾਣਾ ਪਿਆ। ਜੀ ਸਿੱਟ ਨੇ ਤਿਆਰੀ ਕੀਤੀ ਇਸ ਵਾਰੀ ਪੂਰੀ, ਇਸ ਤਰ੍ਹਾਂ ਦੀ ਤਿਆਰੀ ਜਿਹੜੀ ਬਾਬੇ ਦੇ ਮਾਮਲੇ ਵਿੱਚ ਪਹਿਲਾਂ ਕਦੇ ਨਹੀਂ ਹੋਈ। ਤੁਸੀਂ ਯਾਦ ਕਰੋ ਉਹ ਦਿਨ ਜਦੋਂ ਪਹਿਲੀ ਵਾਰੀ ਸਜ਼ਾ ਹੋਈ ਸੀ ਤੇ ਜੱਜ ਨੇ ਸਜ਼ਾ ਸੁਣਾਈ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਅਟੈਚੀ ਕੇਸ ਲੈ ਕੇ ਉਹ ਤੇ ਪੁਲਿਸ ਮੁਲਾਜ਼ਮਾਂ ਨੇ ਚੁੱਕੇ ਹੋਏ ਸੀ। ਇਸ ਤਰ੍ਹਾਂ ਬੈਠ ਗਿਆ ਜਿਵੇਂ ਛੁੱਟੀਆਂ ਤੇ ਜਾ ਰਿਹਾ ਹੋਵੇ ਕਿਸੇ ਹੌਲੀਡੇ ਵਾਸਤੇ। ਜੀ ਹਨੀਪ੍ਰੀਤ ਵੀ ਨਾਲ ਸੀ। ਖੈਰ ਰੌਲਾ ਰੱਪਾ ਪਿਆ ਤੇ ਉਸਦੀ ਗਾਜ ਜਿਹੜੀ ਸੀ ਛੋਟੇ 1-2 ਮੁਲਾਜ਼ਮਾਂ ਤੇ ਡਿੱਗੀ ਹੈ ਕਿ ਉਹ ਨਾਲ ਕਿਉਂ ਇਸ ਤਰ੍ਹਾਂ ਉਹਨਾਂ ਨੇ ਅਟੈਚੀ ਚੁੱਕੇ। ਗੱਲ ਅਟੈਚੀ ਚੁੱਕਣ ਦੀ ਨਹੀਂ ਸੀ। ਹਨੀਪ੍ਰੀਤ ਕਿਵੇਂ ਨਾਲ ਉਸਦੇ ਹਰ ਵੇਲੇ ਜਿਹੜੀ ਸੀ ਉਹ ਹੈਲੀਕਾਪਟਰ ਦੇ ਵਿੱਚ ਬੈਠ ਗਈ। ਉਸ ਵੇਲੇ ਸੁਰੱਖਿਆ ਅਧਿਕਾਰੀ ਤੇ ਅਦਾਲਤ ਦਾ ਪ੍ਰੋਟੋਕਾਲ ਉਸ ਵੇਲੇ ਕਿੱਥੇ ਸੀ? ਜੀ ਉਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਬੇ ਦੀ ਪੁੱਛ ਪੜਤਾਲ ਕਿੰਨੀ ਸੀ ਤੇ ਬਾਬੇ ਦਾ ਜ਼ੋਰ ਕਿੰਨਾ ਸੀ। ਮੈਂ ਉਹਨਾਂ ਕੁਝ ਵਿਅਕਤੀਆਂ ਦੇ ਵਿੱਚੋਂ ਹਾਂ ਜਿਸ ਨੇ ਬਾਬੇ ਦੇ ਲਾਮ ਲਸ਼ਕਰ ਨੂੰ ਅੱਖੀਂ ਵੇਖਿਆ ਹੋਇਆ, ਉਹ ਡਰਾਮਾ ਅੱਖੀਂ ਵੇਖਿਆ ਹੋਇਆ ਕਿ ਕਿਵੇਂ ਵੱਡੀਆਂ ਕਰੋੜ 2-2 ਕਰੋੜ ਦੀਆਂ ਗੱਡੀਆਂ ਦੇ ਵਿੱਚ ਬਾਬਾ ਜਾਂਦਾ ਸੀ ਤੇ ਇੱਕੋ ਕਿਸਮ ਦੀਆਂ ਇੱਕੋ ਨੰਬਰ ਵਾਲੀਆਂ ਕਈ ਗੱਡੀਆਂ ਹੁੰਦੀਆਂ ਸੀ, ਜਦੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਦੇ ਵਿੱਚ ਬਾਬਾ ਬੈਠਾ ਹੋਇਆ। ਜੀ ਤੇ ਸਾਰੀ ਦੁਨੀਆ ਨੂੰ ਆਸੇ-ਪਾਸੇ ਕਰਕੇ ਉਹਨਾਂ ਨੂੰ ਹਟਾ ਕੇ ਤੇ ਗੋਲੀ ਵਾਂਗੂ ਵਿੱਚੋਂ ਦੀ ਨਿਕਲ ਜਾਂਦਾ ਸੀ ਤੇ ਪੁਲਿਸ ਉਸਦੇ ਅੱਗੇ ਪਿੱਛੇ ਭੱਜੀ ਫਿਰਦੀ ਸੀ। Z+ ਸਿਕਿਉਰਿਟੀ ਸੀ। ਜੀ Z+ ਸਿਕਿਉਰਿਟੀ ਨੇ ਇਸ ਦਾ ਦਿਮਾਗ ਖਰਾਬ ਕੀਤਾ। ਖੈਰ ਹਰਕਤਾਂ ਤੇ ਬਹੁਤ ਪੁਰਾਣੀਆਂ ਸਨ, ਪਰ ਉਸਨੇ ਜਿਹੜਾ ਚੱਜ ਚਾਲਾ ਫੜ ਲਿਆ, ਅਖੀਰ ਉਹ 3 ਉਮਰ ਕੈਦਾਂ ਇਸ ਵੇਲੇ ਭੋਗ ਰਿਹਾ। ਤਾਂ ਉਮਰ ਉਸਦੇ ਜ਼ਿੰਦਗੀ ਭਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ। ਜੇ ਉੱਪਰਲੀ ਅਦਾਲਤ ਉਸਨੂੰ ਕੋਈ ਰਾਹਤ ਦੇ ਦਿੰਦੀ ਹੈ ਤਾਂ ਸ਼ਾਇਦ ਉਹ ਆ ਸਕੇ, ਪਰ ਇਸ ਵੇਲੇ ਸ਼ਿਕੰਜਾ ਉਸ ਦੁਆਲੇ ਪੂਰਾ ਕੱਸਿਆ ਹੋਇਆ। ਜੀ ਸਰਕਾਰੀ ਤੰਤਰ ਨੂੰ ਜਿਵੇਂ ਮਰਜ਼ੀ ਚਲਾਉਂਦਾ ਸੀ
ਵੱਡੇ ਵੱਡੇ ਮੰਤਰੀ ਜਿਹੜੇ ਸੀ ਉਸ ਦੇ ਪੈਰਾਂ ਵਿੱਚ ਆ ਕੇ ਬੈਠਦੇ ਸਨ, ਪੰਜਾਬ ਦੇ ਵੀ ਹਰਿਆਣੇ ਦੇ ਵੀ। ਵੋਟ ਬੈਂਕ ਉਸ ਕੋਲ ਇੰਨਾ ਵੱਡਾ ਸੀ ਕਿ ਹਰ ਪਾਰਟੀ ਜਿਹੜੀ ਸੀ ਉਸ ਨੂੰ ਬਾਬੇ ਨੂੰ ਅਹਿਮ ਸਮਝਦੀ ਸੀ। ਹਰ ਪਾਰਟੀ ਨੇ ਉਸ ਨੂੰ ਵਰਤਿਆ ਔਰ ਉਸਨੇ ਫਿਰ ਮਨਾਹੀਆਂ ਕੀਤੀਆਂ ਔਰ ਕਤਲ ਦੇ ਕੇਸਾਂ ਦੇ ਵਿੱਚ ਵੀ, ਬਲਾਤਕਾਰ ਦੇ ਕੇਸਾਂ ਦੇ ਵਿੱਚ ਵੀ ਅੱਜ ਬਾਬਾ ਅੰਦਰ ਹੈ ਜੀ। ਹੁਣ ਜਿਹੜੇ ਮਾਮਲੇ ਦੇ ਵਿੱਚ ਉਸ ਤੋਂ ਪੁੱਛ ਪੜਤਾਲ ਹੋਣੀ ਸੀ ਉਹ ਸੀ ਬੇਅਦਬੀ ਦਾ, ਕਿਉਂਕਿ ਬੇਅਦਬੀ ਕਾਂਡ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ ਜੋ ਵੀ ਜਿੱਥੇ ਵੀ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਕਿ 2015 ਦਾ ਜਿਹੜਾ ਕੇਸ ਰਜਿਸਟਰ ਹੈ, ਇਸ ਵਿੱਚ ਡੇਰਾ ਪ੍ਰੇਮੀਆਂ ਦੇ ਨਾਮ ਵੀ ਨਿਕਲ ਕੇ ਸਾਹਮਣੇ ਆਉਂਦੇ ਰਹੇ ਨੇ ਕਿ ਉਹ ਹੀ ਜ਼ਿੰਮੇਵਾਰ ਸਨ। ਹਾਲਾਂਕਿ ਪੁਲਿਸ ਇਸ ਨੂੰ ਸਾਫ਼ ਤੌਰ ਤੇ ਇਸ ਤਰ੍ਹਾਂ ਨਹੀਂ ਆਖ ਸਕਦੀ ਜਾਂ ਸਰਕਾਰ ਨਹੀਂ ਆਖ ਸਕਦੀ, ਪਰ ਮੀਡੀਆ ਰਿਪੋਰਟਸ ਤੇ ਜਿਹੜੀ SIT ਦੀ ਜਾਂਚ ਹੈ ਉਸ ਵਿੱਚ ਇਹੋ ਨਿਕਲ ਕੇ ਸਾਹਮਣੇ ਆਉਂਦਾ ਰਿਹਾ ਕਿ ਡੇਰਾ ਪ੍ਰੇਮੀਆਂ ਦੇ ਹੀ ਹੱਥ ਸਨ, ਉਹਨਾਂ ਦੀ ਹੀ ਲਿਖਤ ਹੁਣ ਵੀ ਮੈਚ ਹੋਈ ਹੈ। ਉਹਨਾਂ ਵਿੱਚੋਂ ਕਈਆਂ ਦੇ ਕਤਲ ਵੀ ਹੋਏ ਨੇ, ਜੇਲ੍ਹ ਦੇ ਵਿੱਚ ਇੱਕ ਨੂੰ ਜਿਹੜਾ ਸੀ ਮਾਰ ਦਿੱਤਾ ਗਿਆ ਸੀ। ਇਸੇ ਕਰਕੇ ਹੁਣ ਬੇਅਦਬੀ ਮਾਮਲੇ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕੁ ਕਾਰਵਾਈਆਂ ਸਬਲੀਨ ਹੋਈਆਂ ਤੁਹਾਨੂੰ ਪਤਾ ਹੈ ਜੀ। ਅਕਾਲੀ ਸਰਕਾਰ ਸੁੱਤੀ ਰਹੀ ਹੈ ਪਹਿਲਾਂ, ਫਿਰ ਕੈਪਟਨ ਸਾਹਿਬ ਸੁੱਤੇ ਰਹੇ ਨੇ। ਐਡਵੋਕੇਟ ਜਨਰਲ ਦਾ ਅਹੁਦਾ ਜਿਹੜਾ ਸੀ ਉਹ ਅਹੁਦੇ ਤੇ ਕੋਈ ਬੈਠਾ ਤਾਂ ਸੀ ਪਰ ਉਸਨੇ ਕੰਮ ਨਾ ਕੀਤਾ। ਹੁਣ ਜਦੋਂ ਸਿੱਟ ਬਣਾਈ ਗਈ ਤੇ ਇਸ ਸਿੱਟ ਨੂੰ 6 ਮਹੀਨਿਆਂ ਦੇ ਵਿੱਚ ਆਪਣਾ ਕੰਮ ਜਿਹੜਾ ਸੀ ਮੁਕੰਮਲ ਕਰਨ ਲਈ ਆਖਿਆ ਗਿਆ, ਕਿਉਂਕਿ ਸਰਕਾਰ ਕੋਲ ਸਮਾਂ ਤੇ ਹੈ ਨਹੀਂ। ਇਹਨਾਂ ਨੂੰ ਇੰਨੀ ਕੁ ਕਾਮਯਾਬੀ ਮਿਲੀ ਕਿ ਭਾਈ ਤੁਸੀਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਜਿਹੜਾ ਪੁੱਛਗਿੱਛ ਕਰਿਆ, ਇੱਥੇ ਬਾਬਾ ਨਹੀਂ ਆਉਣ ਵਾਲਾ ਜੀ। ਹੁਣ ਅਦਾਲਤ ਤੋਂ ਛੋਟ ਮਿਲੀ ਹੋਈ ਸੀ, ਉਸ ਨੂੰ ਕਹਿੰਦੇ ਨੇ ਕਿ 3-4 ਦਰਜਨਾਂ ਜਿਹੜੇ ਸਵਾਲ ਸੀ, ਕੋਈ 50-60 ਸਵਾਲ ਮੂਲ ਰੂਪ ਵਿੱਚ ਪੁੱਛੇ ਗਏ ਜਾਂ ਜਾਣੇ ਸਨ, ਪਰ ਫਿਰ ਕ੍ਰਾਸ ਕੁਐਸਚਨਿੰਗ ਦੇ ਵਿੱਚੋਂ ਜਿਵੇਂ ਸਵਾਲ ਦੇ ਵਿੱਚੋਂ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਤੇ 114 ਸਵਾਲ ਬਾਬੇ ਨੂੰ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁਝ ਦੇ ਸਵਾਲ ਉਸਨੇ ਗੋਲ ਮੋਲ ਦਿੱਤੇ ਤੇ ਟਾਲ ਮਟੋਲ ਵੀ ਕੀਤੀ। ਉਹ ਬਿਲਕੁਲ ਉੱਥੇ ਬੈਠਾ ਰਿਹਾ ਲੰਬਾ ਸਮਾਂ। ਸਿੱਟ ਜਿਹੜੀ ਸੀ ਪੜਤਾਲ ਕਮੇਟੀ ਜਿਹੜੀ ਗਈ ਹੋਈ ਸੀ ਉਹ ਉੱਥੇ ਬੈਠੀ ਰਹੀ ਹੈ। ਉਹਨਾਂ ਦੇ ਨਾਲ ਵੱਡਾ ਲਾਮ ਲਸ਼ਕਰ ਵੀ ਗਿਆ ਹੋਇਆ ਸੀ, ਜਿਸ ਵਿੱਚ ਮੀਡੀਆ ਵੀ ਸ਼ਾਮਲ ਸੀ। 14 ਗੱਡੀਆਂ ਦੱਸੀਆਂ ਜਾਂਦੀਆਂ ਹਨ ਕਿ ਗਈਆਂ ਸਨ, ਪਰ ਉਹਨਾਂ ਵਿੱਚੋਂ ਸਾਰੀਆਂ ਨੂੰ ਵਾਪਸ ਮੋੜ ਦਿੱਤਾ ਗਿਆ, ਉੱਥੋਂ ਮੁੱਢੋਂ ਮੋੜ ਦਿੱਤਾ ਗਿਆ ਕਿ 3 ਵਿਅਕਤੀ ਹੀ ਅੰਦਰ ਜਾ ਸਕਦੇ ਨੇ। ਜਦੋਂ ਸਾਰੇ ਉਸਦੇ ਬਿਆਨ ਲਿਖ ਲਏ ਗਏ, ਦਰਜ ਕੀਤੇ ਗਏ ਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਬਿਆਨ ਪੜ੍ਹ ਕੇ ਵੀ ਉਸਨੂੰ ਸੁਣਾਏ ਗਏ ਤੇ ਸਾਈਨ ਕਰਵਾਏ ਗਏ ਕਿ ਤੁਸੀਂ ਜੋ ਕੁਛ ਆਖਿਆ ਸਹੀ ਆਖਿਆ। ਇੰਨਾ ਕੁਝ ਹੋਇਆ। ਉਹ ਡਿਟੇਲ ਨਹੀਂ ਜਿਹੜੀ ਕਮੇਟੀ ਨੇ ਅਜੇ ਤੱਕ ਜ਼ਾਹਰ ਕੀਤੀ, ਕਿਉਂਕਿ ਉਹ ਗੁਪਤ ਰਹੇਗੀ, ਸ਼ਾਇਦ ਬਾਅਦ ਵਿੱਚ ਉਹ ਸਾਹਮਣੇ ਆਵੇ। ਪਰ ਉਸ ਤੋਂ ਬਿਨਾਂ ਇੱਕ ਰਿਪੋਰਟ ਜਿਹੜੀ ਹੈ ਉਹ ਕਮੇਟੀ ਨੇ, ਜਿਹੜੀ ਹੈ ਸਾਡੀ ਸਿੱਟ ਹੈ, ਉਹਨਾਂ ਨੇ ਮੀਡੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਸਰਕਾਰ ਸ਼ਾਇਦ ਇਸ ਮਾਮਲੇ ਵਿੱਚ ਸੱਚੇ ਬਣਨ ਦਾ ਯਤਨ ਕਰ ਰਹੀ ਕਿ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ, ਬਾਬੇ ਤੇ ਕਾਰਵਾਈ ਹੋ ਰਹੀ ਹੈ ਤੇ ਅਸੀਂ ਇਸ ਮਾਮਲੇ ਦੇ ਵਿੱਚ ਪੂਰੇ ਸੁਹਿਰਦ ਹਾਂ। ਇਹ ਕੰਮ ਪਹਿਲੀ ਵਾਰੀ ਹੋਇਆ ਜੋ ਕਦੇ ਨਹੀਂ ਹੋਇਆ। ਬਾਬੇ ਦੇ ਤਾਂ ਗੁਫਾ ਦੇ ਵਿੱਚ ਕੋਈ ਅੱਜ ਤੱਕ ਜਾ ਨਹੀਂ ਸਕਿਆ, ਉਸਦੇ ਡੇਰੇ ਦੇ ਅੰਦਰ ਕੋਈ ਅੱਜ ਤੱਕ ਵੜ ਨਹੀਂ ਸਕਿਆ ਤੇ ਉਸਦੀ ਸੁਨਾਰੀਆ ਜੇਲ੍ਹ ਵਿੱਚੋਂ ਅੱਜ ਤੱਕ ਕੋਈ ਵੀਡੀਓ ਜਾਂ ਫੋਟੋ ਸਪਸ਼ਟ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਈ ਜੀ। ਇੰਨਾ ਦਬਦਬਾ ਹੈ ਉਸਦਾ ਅੱਜ ਵੀ। ਸਰਕਾਰਾਂ ਇੰਨਾ ਭੇਤ ਰੱਖਣਾ ਚਾਹੁੰਦੀਆਂ ਨੇ, ਇੰਨੀ ਪ੍ਰੋਟੈਕਸ਼ਨ ਹੈ। 3 ਉਮਰ ਕੈਦਾਂ ਭੋਗ ਰਿਹਾ ਬੰਦੇ ਨੂੰ ਇੰਨੀ ਪ੍ਰੋਟੈਕਸ਼ਨ ਦੇਣੀ ਸਰਕਾਰਾਂ ਦੀ ਸਮਝ ਨਹੀਂ ਆਉਂਦੀ, ਪਰ ਉਸਨੂੰ ਤੇ ਜ਼ਮਾਨਤਾਂ ਵੀ ਤੇ ਪੈਰੋਲ ਵੀ ਇੰਨੀਆਂ ਮਿਲੀਆਂ ਨੇ ਜਿਨ੍ਹਾਂ ਤੇ ਫਿਰ ਜਦੋਂ ਰੌਲਾ ਪਿਆ ਤੇ ਫਿਰ ਜਿਹੜਾ ਉਹਨਾਂ ਨੂੰ ਦੇਣੀਆਂ ਬੰਦ ਕੀਤੀਆਂ ਗਈਆਂ ਨੇ। ਹੁਣ ਇਹ ਕਮੇਟੀ ਸਿੱਟ ਜਿਹੜੀ ਹੈ ਇਹ ਇਸ ਰਿਪੋਰਟ ਨੂੰ ਕਿੰਨੀ ਛੇਤੀ ਤਿਆਰ ਕਰਦੀ ਤੇ ਇਸ ਤੋਂ ਕੀ ਜ਼ਾਹਰ ਹੁੰਦਾ ਇਸ ਗੱਲ ਦਾ ਅਜੇ ਪਤਾ ਨਹੀਂ, ਪਰ ਜਿਹੜੇ ਸ਼ਰਧਾਲੂ ਨੇ ਉਸਦੇ ਮਗਰ ਅਜੇ ਵੀ ਲੱਗੇ ਹੋਏ ਨੇ ਔਰ ਬੇਅਦਬੀ ਕਾਂਡ ਵਿੱਚ ਉਸਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਤਾਂ ਕਾਮਯਾਬ ਨਹੀਂ ਹੋ ਸਕੀ। ਪਰ ਉੱਥੇ ਜਾ ਕੇ ਜਿੰਨੀ ਪੁੱਛਗਿੱਛ ਕੀਤੀ ਇਸ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਜਿਹੜੀ ਹੈ ਉਹ ਮੀਡੀਆ ਨੂੰ ਦਿੱਤੀ ਗਈ ਹੈ। ਔਰ ਸ਼ੁਰੂ ਤੋਂ ਲੈ ਕੇ ਇਸ ਵਕਤੇ ਤੋਂ ਲੈ ਕੇ ਜਦੋਂ ਟੀਮ ਉੱਥੇ ਪਹੁੰਚੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਡਿਟੇਲ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰੋਡਕਸ਼ਨ ਬਰੰਟ ਤੇ ਭਾਵੇਂ ਉਹਨੂੰ ਅਸੀਂ ਨਹੀਂ ਲਿਆ ਸਕੇ, ਪਰ ਫਿਰ ਵੀ ਜਿਹੜਾ ਅਸੀਂ ਉਸ ਨੂੰ ਅਸੀਂ ਖਿੱਚਿਆ ਤੇ ਉਸ ਮਾਮਲੇ ਦੀ ਜਾਂਚ ਜਲਦੀ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੋਵੇਗੀ। ਕੁਲਦੀਪ ਜੀ, ਇਸ ਮਾਮਲੇ 'ਚ ਅਦਾਲਤ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ ਸਿੱਟ ਨੂੰ ਤੇ ਅੱਜ 6 ਮਹੀਨੇ ਤੇ 2 ਦਿਨ ਹੋ ਗਏ ਨੇ। ਇਸ ਮਾਮਲੇ ਨੂੰ ਇੰਨਾ ਲਟਕਾਇਆ ਜਾ ਰਿਹਾ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ 'ਚ ਲੋਕਾਂ ਨੂੰ ਇਨਸਾਫ ਦੇ ਦੇਗੀ ਜਾਂ ਫਿਰ ਮੂੰਹ ਛੁਪਾ ਕੇ ਲੋਕਾਂ ਕੋਲ ਜਾਣਗੇ? ਇਨਸਾਫ ਇੰਨੀ ਛੇਤੀ ਨਹੀਂ ਆਉਣ ਵਾਲਾ। ਅਜੇ ਤੇ ਜਾਂਚ ਦਾ ਕੰਮ ਮੁਕੰਮਲ ਨਹੀਂ ਹੋਇਆ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਕਿ 6 ਮਹੀਨੇ ਹੋ ਗਏ ਨੇ, ਤੁਸੀਂ ਕਿਹਾ ਸੀ 6 ਮਹੀਨਿਆਂ ਵਿੱਚ ਰਿਪੋਰਟ ਦਾਖਲ ਹੋਵੇਗੀ, ਉਹ ਰਿਪੋਰਟ ਕਿੱਥੇ ਹੈ? ਉਹ ਰਿਪੋਰਟ ਨਹੀਂ ਹੋ ਰਹੀ। ਅਜੇ ਤੱਕ ਤਾਂ ਬਾਬੇ ਤੋਂ ਪੁੱਛ ਪੜਤਾਲ ਹੁਣ ਹੋਈ ਹੈ। ਹੋ ਸਕਦਾ ਹੈ ਕਮੇਟੀ ਕੱਲ੍ਹ ਨੂੰ ਕਹਿ ਦੇਵੇ ਵੀ ਇੱਕ ਵਾਰੀ ਅਸੀਂ ਹੋਰ ਉਸ ਤੋਂ ਸਵਾਲ ਕੁਝ ਪੁੱਛਣੇ ਨੇ,
ਜਾਂ ਫਲਾਣੇ ਗਵਾਹ ਕੋਲੋਂ ਪੁੱਛਣੇ ਨੇ। ਇਹ 6 ਮਹੀਨੇ ਨਹੀਂ 6 ਸਾਲ ਵੀ ਲੱਗ ਸਕਦੇ ਨੇ ਜੀ। ਇੱਕ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੀ SIT ਦੀ ਰਿਪੋਰਟ ਬਾਰੇ ਅਦਾਲਤ ਨੇ ਟਿੱਪਣੀਆਂ ਕੀਤੀਆਂ ਸੀ, ਜੇ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਅਦਾਲਤ ਦੇ ਵਿੱਚ ਮਾਮਲਾ ਜਾਂਦਾ ਹੈ ਫਿਰ ਤੇ ਐਡਵੋਕੇਟ ਜਨਰਲ ਜਿਨ੍ਹਾਂ ਨੇ ਸਾਡੇ ਕੇਸ ਦੀ ਪੈਰਵਾਈ ਕਰਨੀ ਹੈ ਤੇ ਕਰਵਾਉਣੀ ਹੈ, ਅਦਾਲਤ ਦੇ ਸਾਹਮਣੇ ਤੱਥ ਪੇਸ਼ ਕਰਨੇ ਨੇ ਜੀ, ਜੇ ਉਹਨਾਂ ਵੱਲੋਂ ਚੰਗੀ ਤਰ੍ਹਾਂ ਪੈਰਵਾਈ ਨਹੀਂ ਕੀਤੀ ਜਾਂਦੀ ਤੇ ਇੱਕ ਵਾਰੀ ਫੇਰ ਮਾਮਲਾ ਖਟਾਈ 'ਚ ਪੈ ਸਕਦਾ ਹੈ। ਤੇ ਜਿਵੇਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਚੁੱਕ ਕੇ ਅਦਾਲਤ ਨੇ ਬਾਹਰ ਮਾਰੀ ਹੈ ਤੇ ਇਹ ਵੀ ਇਸ ਗੱਲ ਦਾ ਕੀ ਸਬੂਤ ਹੈ ਸਾਡੇ ਕੋਲ ਕਿ ਇਸ ਸਿੱਟ ਦੀ ਰਿਪੋਰਟ ਨੂੰ ਜਿਹੜੀ ਹੈ ਅਦਾਲਤ ਮੰਨ ਲਵੇਗੀ ਤੇ ਇਸ ਨੂੰ ਐਕਸੈਪਟ ਕਰਕੇ ਬਾਬੇ ਤੇ ਕਾਰਵਾਈ ਕੋਈ ਨਾ ਕੋਈ ਹੋਵੇਗੀ। ਇਹ ਇਕੱਲੀ ਬੇਅਦਬੀ ਕਾਂਡ ਦੀ ਗੱਲ ਨਹੀਂ ਹੈ। ਚਲੋ ਬਾਬੇ ਤੋਂ ਪੁੱਛਗਿੱਛ ਕਰਨ ਵਾਸਤੇ ਇੱਕ ਸਮਾਂ ਚਾਹੀਦਾ ਸੀ, ਅਦਾਲਤਾਂ ਤੋਂ ਪਰਮਿਸ਼ਨ ਚਾਹੀਦੀ ਸੀ ਜੀ, ਪਰ ਇਹ ਦੱਸੋ ਗੋਲੀ ਕਾਂਡ ਦੀ ਜਾਂਚ ਕਰਨੀ ਤਾਂ ਸਾਰੀ ਆਪਣੇ ਹੱਥ ਵੱਸ ਹੈ। ਬਿਲਕੁਲ। ਗੋਲੀ ਕਾਂਡ ਦੀ ਜਾਂਚ ਕਿਉਂ ਨਹੀਂ ਮੁਕੰਮਲ ਹੋ ਸਕੀ ਹੁਣ ਤੱਕ? ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਜਿਸ ਅਫਸਰ ਦੀ ਜਾਂਚ ਚੱਲ ਰਹੀ ਸੀ ਉਸ ਨੂੰ ਮੁਅੱਤਲ ਕੀਤਾ ਗਿਆ ਸੀ, ਉਸ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ। ਸਾਡੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਇਹ ਜਿਹੜਾ ਬਹਾਲੀ ਦਾ ਹੁਕਮ ਹੈ ਕੈਪਟਨ ਦੇ ਵੇਲੇ ਆ ਗਿਆ ਸੀ। ਸਭ ਦੇ ਗਏ ਸੀ। ਇਹਦਾ ਮਤਲਬ ਤੁਸੀਂ ਕਲੀਅਰ ਤੇ ਕਰੋ ਕਿ ਤੁਸੀਂ ਚਾਹੁੰਦੇ ਨਹੀਂ ਸੀ ਕਿ ਇਹ ਬਹਾਲ ਹੋਣ। ਜੇ ਨਹੀਂ ਚਾਹੁੰਦੇ ਸੀ ਤੇ ਤੁਸੀਂ ਅੱਜ ਵੀ ਗ੍ਰਹਿ ਮੰਤਰੀ ਹੋ, ਫਿਰ ਤੁਸੀਂ ਬਹਾਲ ਕਿਉਂ ਹੋਣ ਦਿੰਦੇ ਹੋ? ਤੁਸੀਂ ਮੁੱਖ ਮੰਤਰੀ ਅੱਜ ਨਵੇਂ ਨੇ, ਗ੍ਰਹਿ ਮੰਤਰੀ ਨਵੇਂ ਨੇ, ਸਾਰੀ ਵਜ਼ਾਰਤ ਨਵੀਂ ਹੈ, ਫਿਰ ਹੁਕਮ ਪੁਰਾਣੇ ਕਿਉਂ ਚੱਲੇ? ਬਿਲਕੁਲ। ਤੁਸੀਂ ਕਿਉਂ ਉਹਨਾਂ ਦੀ ਗੱਲ ਨੂੰ ਮੰਨ ਰਹੇ ਹੋ? ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਰਕਾਰ ਵਿੱਚ ਸਭ ਅੱਛਾ ਨਹੀਂ ਹੈ। ਦੱਬ ਘੁੱਟ ਕੇ ਮਾਮਲੇ ਦੇ ਵਿੱਚ ਸਮਾਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੰਨੀ ਜਲਦੀ ਸਵਲੀਨ ਤੁਸੀਂ ਤੇ ਹੋਰ ਬਹੁਤ ਸਾਰੇ ਲੋਕ ਬੇਅਦਬੀ ਮਾਮਲੇ ਦੇ ਵਿੱਚ ਤੇ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਅਸੀਂ ਉਮੀਦ ਕਰ ਰਹੇ ਹਾਂ ਕਿ ਕੋਈ ਨਾ ਕੋਈ ਨਿਕਲ ਕੇ ਸਾਹਮਣੇ ਆਵੇ ਤੇ ਸਹੀ ਹੋਵੇ। ਉਹ ਉਨੀ ਛੇਤੀ ਹੋਣ ਵਾਲਾ ਨਹੀਂ ਹੈ, ਜਿੱਥੇ ਮਰਜ਼ੀ ਲਿਖ ਲਓ। ਜੀ।